ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਵਾਦ ਵੱਲੋਂ ਕਰਵਾਏ ਜਾ ਰਹੇ ਇਸ ਸੈਮੀਨਾਰ ਦੇ ਵਿੱਚ ਸਭ ਤੋਂ ਪਹਿਲਾਂ ਸਮੂਹ ਵਿਦਵਾਨ ਸੱਜਣਾਂ ਦਾ ਤੇ ਸਮੁੱਚੇ ਰੂਪ ਦੇ ਵਿੱਚ ਜਿੰਨੇ ਵੀ ਸਰੋਤੇ ਆਏ ਨੇ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ। ਜਿਵੇਂ ਕਿ ਬਹੁਤ ਸਾਰੇ ਸਰੋਤੇ ਜਿਹੜੇ ਪਹਿਲੋਂ ਵੀ ਸੰਵਾਦ ਵੱਲੋਂ ਕਰਵਾਏ ਜਾਂਦੇ ਇਹਨਾਂ ਸਮਾਗਮਾਂ ਦੇ ਵਿੱਚ ਆਏ ਆ, ਉਹਨਾਂ ਦੀ ਜਾਣਕਾਰੀ 'ਚ ਹੈ ਕਿ ਇੱਕ ਰਾਸ਼ਟਰਵਾਦ ਦੇ ਮਸਲੇ ਦੇ ਉੱਪਰ ਕਾਫੀ ਵਿਆਪਕ ਵਿਚਾਰ ਚਰਚਾ ਵੱਖ-ਵੱਖ ਸੈਮੀਨਾਰਾਂ ਦੇ ਰੂਪ ਦੇ ਵਿੱਚ ਸ਼ੁਰੂ ਕੀਤੀ ਗਈ ਹੈ। ਇਸ ਲੜੀ ਦੇ ਤਹਿਤ ਆਪਾਂ ਪਹਿਲੋਂ 2 ਸੈਮੀਨਾਰ ਇੱਥੇ ਇਸੇ ਭਵਨ ਦੇ ਵਿੱਚ ਕਰ ਚੁੱਕੇ ਹਾਂ ਤੇ ਉਸੇ ਲੜੀ ਦੇ ਤਹਿਤ ਅੱਜ ਤੀਸਰਾ ਸੈਮੀਨਾਰ ਹੈ ਜਿਹੜਾ ਕਿ ਆਪਾਂ 2 ਭਾਗਾਂ ਦੇ ਵਿੱਚ ਇਹਨੂੰ ਕਰਾਂਗੇ। ਤੇ ਸਾਡੇ ਕੋਲ ਕਾਫੀ ਦੂਰ ਤੋਂ ਪੰਜਾਬ ਤੋਂ ਬਾਹਰੋਂ ਵੀ ਵਿਦਵਾਨ ਸੱਜਣ ਪਹੁੰਚੇ ਨੇ, ਉਹ ਵੀ ਆਪਣੇ ਪਰਚੇ ਜਿਹੜਾ ਵੀ ਵਿਸ਼ੇ ਉਹਨਾਂ ਨੇ ਲਏ ਨੇ ਉਹਨਾਂ ਦੇ ਉੱਪਰ ਉਹ ਪੇਸ਼ ਕਰਨਗੇ। ਸੋ ਅੱਜ ਦੇ ਇਸ ਸੈਮੀਨਾਰ ਦਾ ਵਿਸ਼ਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਉਪ ਮਹਾਦੀਪ ਦੀਆਂ ਬੋਲੀਆਂ ਅਤੇ ਭਾਰਤ ਦੇ ਵਿੱਚ ਰਾਸ਼ਟਰਵਾਦ ਦੀ ਉਸਾਰੀ ਦਾ ਅਮਲ। ਸੋ ਇਸ ਵਿਸ਼ੇ ਦੇ ਤਹਿਤ ਹੀ ਇਹ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਆਪਾਂ ਜਾਣਦੇ ਹਾਂ ਕਿ ਜੇਕਰ ਮੁੱਢਲੇ ਰੂਪ ਦੇ ਵਿੱਚ ਭਾਸ਼ਾ ਦੀ ਗੱਲ ਕਰੀਏ ਤਾਂ ਮਨੁੱਖੀ ਜੀਵਨ ਹੋਂਦ ਦਾ ਹੀ ਇੱਕ ਬਹੁਤ ਵੱਡਾ ਅੰਗ ਹੈ, ਉਹਦਾ ਪ੍ਰਗਟਾਵਾ ਵੀ ਹੈ, ਉਹਦਾ ਆਧਾਰ ਵੀ ਹੈ ਔਰ ਪਛਾਣ ਦੇ ਨਾਲ ਬੋਲੀ ਦਾ ਬਹੁਤ ਡੂੰਘਾ ਸੰਬੰਧ ਹੈ। ਸੋ ਇਸੇ ਨਾਤੇ ਜਿਹੜੀ ਰਾਸ਼ਟਰਵਾਦ ਦੀ ਸਮੁੱਚੀ ਵਿਚਾਰਧਾਰਾ ਆ ਉਹਦੇ ਨਾਲ ਵੀ ਇਹਦਾ ਕਾਫੀ ਡੂੰਘਾ ਸੰਬੰਧ ਬਣਦਾ। ਸੋ ਹੁਣ ਜਦੋਂ ਆਪਾਂ ਰਾਸ਼ਟਰਵਾਦ ਦੇ ਮਸਲੇ ਨੂੰ ਵਿਚਾਰ ਰਹੇ ਹਾਂ ਤਾਂ ਉਹਦਾ ਇੱਕ ਬਹੁਤ ਅਹਿਮ ਹਿੱਸਾ ਆ ਕਿ ਆਖਰਕਾਰ ਇਸ ਸਮੁੱਚੇ ਖਿੱਤੇ ਦੇ ਵਿੱਚ ਜਿਹੜਾ ਇੱਕ ਰਾਸ਼ਟਰ ਦੀ ਉਸਾਰੀ ਦਾ ਅਮਲ ਚੱਲ ਰਿਹਾ ਉਹਦੇ ਵਿੱਚ ਭਾਸ਼ਾ ਦਾ ਕੀ ਰੋਲ ਹੈ, ਕੀ ਭੂਮਿਕਾ ਆ, ਕਿਸ ਤਰ੍ਹਾਂ ਇੱਕ ਭਾਸ਼ਾ ਦਾ ਉਭਾਰ ਕਰਨ ਦੇ ਯਤਨ ਹੋ ਰਹੇ ਨੇ ਔਰ ਉਹਦਾ ਜਿਹੜੀਆਂ ਸਾਡੀਆਂ ਸਥਾਨਕ ਦੂਸਰੀਆਂ ਭਾਸ਼ਾਵਾਂ ਨੇ, ਲੋਕ ਬੋਲੀਆਂ ਨੇ, ਉਹਨਾਂ ਦੇ ਉੱਪਰ ਕਿਸ ਤਰ੍ਹਾਂ ਦਾ ਅਸਰ ਪੈ ਰਿਹਾ। ਸੋ ਇਸੇ ਦੇ ਤਹਿਤ ਹੀ ਇਸ ਸਮੁੱਚੇ ਵਰਤਾਰੇ ਨੂੰ ਘੋਖਣ ਪੜਤਾਲਣ ਦੇ ਵਾਸਤੇ ਇਸ ਸੈਮੀਨਾਰ ਨੂੰ ਉਲੀਕਿਆ ਗਿਆ ਸੀ ਔਰ ਖ਼ਾਸ ਤੌਰ ਦੇ ਉੱਪਰ ਸਾਡਾ ਯਤਨ ਸੀਗਾ ਕਿ ਜਦੋਂ ਇਹ ਸਮੁੱਚਾ ਵਰਤਾਰਾ ਸਿਰਫ ਪੰਜਾਬ ਦੇ ਵਿੱਚ ਜਾਂ ਪੰਜਾਬੀ ਬੋਲੀ ਦੇ ਸੰਦਰਭ ਦੇ ਵਿੱਚ ਹੀ ਨਹੀਂ, ਇਸ ਸਮੁੱਚੇ ਖਿੱਤੇ ਦੇ ਵਿੱਚ ਅਸਰ ਅੰਦਾਜ਼ ਹੋ ਰਿਹਾ ਤਾਂ ਇਹ ਕੋਸ਼ਿਸ਼ ਕੀਤੀ ਜਾਵੇ ਕਿ ਜਿੰਨੇ ਵੀ ਵਿਦਵਾਨ ਸੱਜਣ ਅਸੀਂ ਅੱਜ ਦੇ ਇਸ ਸੈਮੀਨਾਰ ਦੇ ਵਿੱਚ ਉਹਨਾਂ ਨੂੰ ਪੰਜਾਬ ਤੋਂ ਬਾਹਰੋਂ ਸ਼ਮੂਲੀਅਤ ਕਰਵਾ ਸਕੀਏ ਤਾਂ ਕਿ ਉਹ ਆਪਣੇ ਪਰਚਿਆਂ ਦੇ ਰਾਹੀਂ ਹੋਰਨਾਂ ਬੋਲੀਆਂ ਦਾ ਜੋ ਤਜਰਬਾ ਹੈ ਜਾਂ ਕਿਸ ਤਰ੍ਹਾਂ ਇਸ ਸਮੁੱਚੇ ਅਮਲ ਦਾ ਅਸਰ ਹੋਰਨਾਂ ਬੋਲੀਆਂ ਦੇ ਉੱਪਰ ਪੈ ਰਿਹਾ ਉਹਦੇ ਬਾਰੇ ਦੇ ਵਿੱਚ ਵੀ ਸਾਨੂੰ ਜਾਣਕਾਰੀ ਦੇ ਸਕਣ। ਸੋ ਇਹ ਮੁੱਢਲੀ ਜਾਣ ਪਛਾਣ ਹੈ ਜਿਸ ਦੇ ਤਹਿਤ ਆਪਾਂ ਹੁਣ ਰਸਮੀ ਰੂਪ ਦੇ ਵਿੱਚ ਅੱਜ ਦੇ ਇਸ ਸੈਮੀਨਾਰ ਦੀ ਕਾਰਵਾਈ ਸ਼ੁਰੂ ਕਰਦੇ ਹਾਂ। ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹ ਸੈਮੀਨਾਰ 2 ਭਾਗਾਂ ਦੇ ਵਿੱਚ ਆਪਾਂ ਕਰਾਂਗੇ ਤੇ ਪਹਿਲਾ ਭਾਗ ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਇਸ ਦੀ ਪ੍ਰਧਾਨਗੀ ਕੌਮਾਂਤਰੀ ਪੰਜਾਬੀ ਸ਼ਾਇਰ ਅਤੇ ਪ੍ਰੋਫੈਸਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਸੁਰਜੀਤ ਪਾਤਰ ਜੀ ਉਹ ਕਰਨਗੇ ਤੇ 4 ਬੁਲਾਰੇ ਮੁੱਖ ਰੂਪ ਦੇ ਵਿੱਚ ਸਾਡੇ ਕੋਲ ਇਸ ਭਾਗ ਦੇ ਦੌਰਾਨ ਹਨ। ਡਾਕਟਰ ਦੀਪਕ ਪਵਾਰ ਨੇ ਮੁੰਬਈ ਯੂਨੀਵਰਸਿਟੀ ਤੋਂ, ਡਾਕਟਰ ਗਰਗਾ ਚੈਟਰਜੀ ਨੇ PhD ਨੇ ਹਾਵਰਡ ਤੋਂ, ਸ਼੍ਰੀ ਸਾਕੇਤ ਸਾਹੂ ਜੀ ਨੇ ਤੇ ਉਹਨਾਂ ਤੋਂ ਇਲਾਵਾ ਡਾਕਟਰ ਸਿਕੰਦਰ ਸਿੰਘ ਨੇ ਜੋ ਕਿ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਤੋਂ ਨੇ। ਤੇ ਇਸੇ ਸੈਸ਼ਨ ਦੇ ਦੌਰਾਨ ਹੀ ਜੋ ਪੂੰਜੀਵਤ ਭਾਸ਼ਣ ਹੈ ਉਹ ਭਾਈ ਮਨਧੀਰ ਸਿੰਘ ਪੇਸ਼ ਕਰਨਗੇ। ਮੈਂ ਹੁਣ ਸਭ ਤੋਂ ਪਹਿਲਾਂ ਸੱਦਾ ਦੇਣਾ ਸਾਡੇ ਅੱਜ ਦੇ ਸੈਸ਼ਨ ਦੇ ਪ੍ਰਧਾਨ ਡਾਕਟਰ ਸੁਰਜੀਤ ਪਾਤਰ ਜੀ ਨੂੰ ਕਿ ਉਹ ਮੰਚ ਦੇ ਉੱਪਰ ਆਉਣ। ਡਾਕਟਰ ਸਿਕੰਦਰ ਸਿੰਘ ਹੋਣੀ ਉਹਨਾਂ ਨੂੰ ਡਾਕਟਰ ਦੀਪਕ ਪਵਾਰ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਮੰਚ ਦੇ ਉੱਪਰ ਆਪਣੀ ਜਗ੍ਹਾ ਲੈਣ। ਡਾਕਟਰ ਗਰਗਾ ਚੈਟਰਜੀ ਨੂੰ ਵੀ ਬੇਨਤੀ ਹੈ, ਸ਼੍ਰੀ ਸਾਕੇਤ ਸਾਹੂ ਜੀ ਨੂੰ ਤੇ ਡਾਕਟਰ ਸਿਕੰਦਰ ਸਿੰਘ। ਸੋ ਉਹਨਾਂ ਨੂੰ ਬੇਨਤੀ ਹੈ ਕਿ ਮੰਚ ਦੇ ਉੱਪਰ ਆਉਣ ਤੇ ਆਪਾਂ ਅੱਜ ਦੀ ਇਸ ਸੈਮੀਨਾਰ ਦੇ ਇਸ ਭਾਗ ਦੀ ਕਾਰਵਾਈ ਸ਼ੁਰੂ ਕਰ ਸਕੀਏ।
ਸੋ ਇਸ ਸੈਮੀਨਾਰ ਦੇ ਇਸ ਹਿੱਸੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਪ੍ਰਧਾਨ ਸਾਹਿਬ ਤੇ ਸਮੁੱਚੇ ਜੇ ਵਿਦਵਾਨ ਸੱਜਣ ਸਾਡੇ ਕੋਲ ਮੰਚ ਦੇ ਉੱਪਰ ਨੇ, ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿਣਾ ਜੀ। ਤੇ ਜਿਵੇਂ ਇਹ ਸਮੁੱਚਾ ਜਿਹੜਾ ਇਹ ਸੈਮੀਨਾਰ ਅੱਜ ਦਾ ਹੋ ਰਿਹਾ ਕਿ ਇਸ ਦੇ ਵਿੱਚ ਵਿਚਾਰ ਚਰਚਾ ਮੁੱਖ ਰੂਪ ਦੇ ਵਿੱਚ ਕਿਸ ਧਾਰਾ ਦੇ ਵਿੱਚ ਚੱਲੇ, ਸੋ ਉਸ ਸੰਬੰਧ ਦੇ ਵਿੱਚ ਭਾਈ ਮਨਧੀਰ ਸਿੰਘ ਹੋਣਾ ਨੂੰ ਬੇਨਤੀ ਹੈ ਕਿ ਉਹ ਆ ਕੇ ਇਸ ਸਮੁੱਚੀ ਸੈਮੀਨਾਰ ਦੀ ਜਿਹੜੀ ਰੂਪ ਰੇਖਾ ਉਹਦਾ ਚੌਕਟਾ ਆਪਣੇ ਪੂੰਜੀਵਤ ਭਾਸ਼ਣ ਦੇ ਰੂਪ ਦੇ ਵਿੱਚ ਆ ਕੇ ਪੇਸ਼ ਕਰਨ। ਭਾਈ ਮਨਧੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਇੱਥੇ ਬਹੁਤ ਮੁਆਜ਼ਜ਼ ਸ਼ਖਸੀਅਤਾਂ ਇੱਥੇ ਹਾਜ਼ਰ ਨੇ ਤੇ ਜਿੰਨੇ ਵੀ ਇੱਥੇ ਸਰੋਤੇ ਸੁਣਨ ਆਏ ਨੇ ਇਸ ਵਿਚਾਰ ਚਰਚਾ ਨੂੰ, ਮੈਂ ਉਹਨਾਂ ਨੂੰ ਜੀ ਆਇਆਂ ਆਖਦਾ। ਮੇਰੇ ਤੋਂ ਪਹਿਲਾਂ ਇਸ ਸੈਮੀਨਾਰ ਦੇ ਬਾਰੇ, ਇਸ ਵਿਚਾਰ ਚਰਚਾ ਬਾਰੇ ਬਹੁਤ ਕੁਝ ਸਰਦਾਰ ਪਰਮਜੀਤ ਸਿੰਘ ਹੋਣਾ ਨੇ ਦੱਸ ਦਿੱਤਾ। ਮੋਟੇ ਰੂਪ ਦੇ ਵਿੱਚ ਮੈਂ 2-4-5 ਮਿੰਟ ਦੇ ਵਿੱਚ ਜਿਹੜੀ ਆਪਣੀ ਗੱਲ, ਜਿਹੜਾ ਦਾਇਰੇ ਦੇ ਵਿੱਚ ਗੱਲ ਹੋਣੀ ਚਾਹੀਦੀ, ਜਿਹੜੀ ਸਾਨੂੰ ਲੱਗਦੀ, ਉਹਦੇ ਸੰਬੰਧੀ ਮੈਂ ਗੱਲ ਕਰਨੀ ਚਾਹੁੰਦਾ। ਬੋਲੀ ਦਾ ਜਿਹੜਾ ਸੰਬੰਧ ਹੈ ਮਨੁੱਖ ਦੇ ਨਾਲ ਜਾਂ ਸਮਾਜ ਦੇ ਨਾਲ, ਜਾਂ ਇਹ ਕਹਿ ਲਈਏ ਕਿ ਜਿਹੜੀ ਮਨੁੱਖ ਦੀ ਇੱਕ ਮਨੁੱਖ ਹੋਣ ਕਰਕੇ ਪਛਾਣ ਹੈ, ਜਾਂ ਇਸ ਸੰਸਾਰ ਦੇ ਵਿੱਚ ਜਿੰਨੀ ਕੁਦਰਤ ਬਣੀ ਹੋਈ ਹੈ, ਉਸ ਕੁਦਰਤ ਦੇ ਵਿੱਚ ਜਿਹੜੀ ਮਨੁੱਖ ਦੀ ਸ੍ਰੇਸ਼ਟਤਾ ਅਤੇ ਜਿਹੜਾ ਇਹ ਸਾਡਾ ਸਮਾਜ ਹੈ, ਉਹਦਾ ਸਭ ਤੋਂ ਜਿਹੜਾ ਬੁਨਿਆਦ ਹੈ, ਸਭ ਤੋਂ ਬੁਨਿਆਦੀ ਪੱਥਰ ਹੈ, ਉਹ ਬੋਲੀ ਹੈ। ਬੋਲੀ ਦੇ ਨਾਲ ਹੀ ਮਨੁੱਖ ਬਾਕੀ ਸਾਰੀ ਕੁਦਰਤ ਤੋਂ ਵੱਖ ਹੁੰਦਾ। ਬੋਲੀ ਕਰਕੇ ਹੀ ਜਿਹੜਾ ਸਮਾਜ ਹੈ ਉਹ ਹੋਂਦ ਵਿੱਚ ਆਇਆ। ਜਾਂ ਇਹਦੀ ਉਲਟ ਗੱਲ ਵੀ ਹੈ ਕਿ ਸਮਾਜ ਤੋਂ ਬਿਨਾਂ ਬੋਲੀ ਵੀ ਕਿਤੇ ਐਗਜ਼ਿਸਟ, ਵਰਲਡ ਦੇ ਵਿੱਚ ਐਗਜ਼ਿਸਟ ਨਹੀਂ ਕਰ ਸਕਦੀ ਹੈ। ਤੋ ਇਹ ਇੰਨਾ ਬੁਨਿਆਦੀ ਮਸਲਾ ਕਿ ਜਿਹੜਾ ਸਾਡੀ ਇੱਕ ਮਨੁੱਖ ਹੋਣ ਦੇ ਨਾਤੇ ਜਿਹੜੀ ਸਾਡੀ ਹੋਂਦ ਹੈ ਉਹ ਇਸ ਗੱਲ ਦੇ ਉੱਤੇ ਟਿਕੀ ਹੋਈ ਆ। ਇਸ ਕਰਕੇ ਜਿਹੜੀ ਬੋਲੀ ਆ ਉਹ ਸਾਡੇ ਜਿੰਨੇ ਵੀ ਦਿਸਦੇ ਸਾਡੇ ਢਾਂਚੇ ਆ, ਚਾਹੇ ਉਹ ਰਿਲੀਜੀਅਸ ਧਾਰਮਿਕ ਬੇਸਡ ਹੋਣ, ਚਾਹੇ ਉਹ ਸੋਸ਼ਲ ਹੋਣ, ਚਾਹੇ ਉਹ ਪੋਲੀਟੀਕਲ ਹੋਣ, ਚਾਹੇ ਉਹ ਇਕਨੋਮਿਕਸ ਹੋਣ, ਚਾਹੇ ਕਲਚਰ ਹੈ, ਸਾਰੇ ਦਿਸਦੇ ਰੂਪ ਜਿੰਨੇ ਵੀ ਸਾਡੇ ਸੰਸਾਰੀ ਢਾਂਚੇ ਨੇ, ਉਹਨਾਂ ਦੀ ਵਿਆਖਿਆ, ਉਹਨਾਂ ਦਾ ਵਿਕਾਸ, ਉਹਨਾਂ ਦੀ ਕੰਸਟਰਕਸ਼ਨ, ਰੀਕਨਸਟਰਕਸ਼ਨ, ਸਾਰੀ ਦਾ ਜਿਹੜਾ ਬੁਨਿਆਦੀ ਆਧਾਰ ਹੈ ਉਹ ਦੁਨਿਆਵੀ ਰੂਪ ਦੇ ਵਿੱਚ ਬੋਲੀ ਦੇ ਉੱਤੇ ਹੀ ਖੜ੍ਹਾ। ਤੋ ਸੋ ਬੋਲੀ ਦਾ ਇੱਕ ਮਨੁੱਖ ਦੀ ਬਣਤਰ ਦੇ ਵਿੱਚ, ਮਨੁੱਖ ਦੀ ਘਾੜਤ ਦੇ ਵਿੱਚ ਅਤੇ ਸਮਾਜ ਦੀ ਘਾੜਤ ਦੇ ਵਿੱਚ ਜੇ ਇੰਨਾ ਬੁਨਿਆਦੀ ਸਥਾਨ ਹੈ ਤਾਂ ਬੋਲੀ ਦੇ ਅਸਰ ਕਿਸ ਤਰ੍ਹਾਂ ਇਹ ਸਾਰੇ ਕਾਸੇ 'ਤੇ ਪੈਂਦੇ, ਉਹਦੇ ਬਾਰੇ ਇੱਕ ਬਹੁਤ ਦੀਰਘ ਵਿਚਾਰ ਜਿਹੜੀ ਉਹ ਮੈਨੂੰ ਲੱਗਦਾ ਹੋਣੀ ਚਾਹੀਦੀ ਹੈ। ਅਤੇ ਇਸੇ ਹੀ ਗੱਲ ਨੂੰ ਮੁੱਖ ਰੱਖ ਕੇ ਕਿ ਬੋਲੀ ਦੇ ਸਾਡੇ ਸਮਾਜ ਦੀ ਜਿੰਨੀ ਵੀ ਸਾਰੀ ਇਹ ਵੱਖ-ਵੱਖ ਤਰ੍ਹਾਂ ਦੀ ਕਿਰਿਆ ਅਤੇ ਮਨੁੱਖ ਦੀ ਜਿਹੜੀ ਘਾੜਤ ਹੈ ਉਹਦੇ ਵਿੱਚ ਬੋਲੀ ਕਿਸ ਤਰ੍ਹਾਂ ਅਸਰ ਅੰਦਾਜ਼ ਹੋ ਰਹੀ ਹੈ, ਜਾਂ ਕਿਸ ਤਰ੍ਹਾਂ ਉਹਨੂੰ ਜਿਨ੍ਹਾਂ ਦੇ ਕੋਲ ਪਾਰ ਹੈ ਉਹਨਾਂ ਨੇ ਵਰਤਿਆ, ਉਹਦੇ ਬਾਰੇ ਇੱਕ ਡਿਸਕਸ਼ਨ, ਇੱਕ ਵਿਚਾਰ ਚਰਚਾ ਚੱਲਣੀ ਚਾਹੀਦੀ ਹੈ। ਇਸ ਗੱਲ ਨੂੰ ਮੁੱਖ ਰੱਖ ਕੇ ਅਸੀਂ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਕਰ ਰਹੇ। ਅਤੇ ਉਸ ਤੋਂ ਅਗਲੀ ਗੱਲ ਜਿਹੜੀ ਨੈਸ਼ਨਲਿਜ਼ਮ ਦੀ ਆ, ਜਿਸ 'ਤੇ ਆਪਾਂ ਪਹਿਲਾਂ ਵੀ 2 ਪ੍ਰੋਗਰਾਮ ਕੀਤੇ ਆ, ਕਿ ਨੇਸ਼ਨ ਦਾ ਅਤੇ ਨੈਸ਼ਨਲਿਜ਼ਮ ਦਾ ਬੋਲੀ ਦੇ ਨਾਲ ਕਿਵੇਂ ਦਾ ਰਿਸ਼ਤਾ। ਹੁਣ ਨੇਸ਼ਨ ਦੀ ਜਿਹੜੀ ਮੋਟੀ ਵਿਆਖਿਆ ਆਪਾਂ ਪੜ੍ਹਦੇ ਹਾਂ ਬੈਂਡਿਕ ਐਂਡਰਸਨ ਦੀ, ਜਿੱਦਾਂ ਪਿਛਲੇ ਸੈਮੀਨਾਰਾਂ ਦੇ ਵਿੱਚ ਗੱਲ ਹੋਈ, ਉਹ ਕਹਿੰਦੇ ਵੀ ਇਟਸ ਇਮੈਜਿਨਡ ਕਮਿਊਨਿਟੀ। ਉਹ ਕਹਿੰਦੇ ਇੱਕ ਕਮਿਊਨਿਟੀ, ਇੱਕ ਸਮਾਜ ਹੈ, ਉਹਦੇ ਸਾਰੇ ਲੋਕ ਬੇਸ਼ੱਕ ਇੱਕ ਦੂਜੇ ਨੂੰ ਨਾ ਜਾਣਦੇ ਹੋਣ, ਪਰ ਇੱਕ ਖਾਸ ਗੱਲਾਂ ਦੇ ਉੱਤੇ, ਉਹਨਾਂ ਦੇ ਸੱਭਿਆਚਾਰ ਦੇ ਪ੍ਰਗਟਾਵੇ ਦੇ ਰੂਪ ਦੇ ਵਿੱਚ, ਖਾਸ ਘਟਨਾਵਾਂ, ਖਾਸ ਜਿਹੜੀਆਂ ਰਵਾਇਤਾਂ, ਉਹਨਾਂ ਦੇ ਰੂਪ ਦੇ ਵਿੱਚ ਉਹਨਾਂ ਦੀ ਜਿਹੜੀ ਪ੍ਰਤੀਕਿਰਿਆ ਉਹ ਸਾਰਿਆਂ ਦੀ ਇੱਕੋ ਜਿਹੀ ਹੁੰਦੀ। ਅਤੇ ਉਹ ਕਿਹੜੀ ਇੱਕ ਗੱਲ ਹੈ ਜਿਹੜੀ ਉਹਨਾਂ ਦਾ ਸਾਰਾ ਵਿਹਾਰ, ਇੱਕ ਕੌਮ, ਇੱਕ ਨੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਵੀ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਦਾ ਇਹ ਵਿਹਾਰ, ਇਹ ਪ੍ਰਤੀਕਿਰਿਆ, ਉਹਨਾਂ ਦੇ ਜਿਹੜਾ ਮੈਟਾਫਿਜ਼ੀਕਲ, ਉਹਨਾਂ ਦਾ ਦਿਮਾਗੀ ਜਿਹੜਾ ਇੱਕ ਅਧਿਆਤਮਕ ਕਹਿ ਲਈਏ ਜਾਂ ਮਾਨਸਿਕ ਇੱਕ ਜਿਹੜੀ ਸੂਤਰਧਾਰਤ ਆ, ਉਹਦੇ ਵਿੱਚ ਬੋਲੀ ਦਾ ਕਿਆ ਯੋਗਦਾਨ ਹੈ, ਕਿੱਥੇ ਆਉਂਦੀ ਹੈ ਬੋਲੀ। ਤਾਂ ਉਹ ਆਪਾਂ ਕੋਸ਼ਿਸ਼ ਕਰਾਂਗੇ ਵੀ ਕਿਸੇ ਪੇਪਰ ਦੇ ਵਿੱਚ ਡਿਸਕਸ ਹੋਏ। ਤਾਂ ਉਸ ਤੋਂ ਅਗਲੀ ਗੱਲ ਜਿਹੜੀ ਨੈਸ਼ਨਲਿਜ਼ਮ ਦੇ ਸੰਬੰਧ ਦੇ ਵਿੱਚ ਉਹ ਆਈ ਪਿਛਲੇ ਸੈਮੀਨਾਰਾਂ ਦੇ ਵਿੱਚ, ਵੀ ਨੈਸ਼ਨਲਿਜ਼ਮ ਦੀ ਵੀ ਜਿਹੜੀ ਡਿਵੈਲਪਮੈਂਟ ਹੈ ਉਹ 2 ਤਰ੍ਹਾਂ ਹੁੰਦੀ।
ਇੱਕ ਤਾਂ ਬਿਲਕੁਲ ਐਕਟਿਵ ਪ੍ਰੋਸੈਸ ਹੈ, ਤੇ ਜਿਹੜੇ ਇੱਕ ਹੈਗਾ ਪੈਸਿਵ ਸਪੌਂਟੇਨੀਅਸ, ਆਪਣੇ ਆਪ ਹੌਲੀ ਚੱਲਣ ਵਾਲਾ ਪ੍ਰੋਸੈਸ ਹੈ। ਤੇ ਨੈਸ਼ਨਲਿਜ਼ਮ ਦੇ ਵਿੱਚ ਜਿਸ ਤਰ੍ਹਾਂ ਟਰੂਡੋ ਨੇ ਕਿਹਾ ਨਾ, ਤੇ ਇੱਕ ਕਹਿੰਦਾ ਗੁੱਡ ਨੈਸ਼ਨਲਿਜ਼ਮ ਹੁੰਦਾ, ਇੱਕ ਬੈਡ ਨੈਸ਼ਨਲਿਜ਼ਮ ਹੁੰਦਾ। ਗੁੱਡ ਨੈਸ਼ਨਲਿਜ਼ਮ ਦੇ ਵਿੱਚ ਜਿੰਨੇ ਸਾਰੇ ਕਲਚਰ ਹੈ ਉਹਨਾਂ ਦੀ ਇੱਕ ਇੰਡੀਪੈਂਡੈਂਟ ਗਰੋਥ ਦੀ ਸਪੇਸ ਹੋਣੀ ਚਾਹੀਦੀ ਹੈ। ਤੇ ਇੱਕ ਨੈਸ਼ਨਲਿਜ਼ਮ ਉਹ ਕਿਸਮ ਦਾ ਹੁੰਦਾ ਜਿਹਦੇ ਵਿੱਚ ਇੱਕ ਹੈਜੇਮਨੀ ਹੁੰਦੀ ਆ, ਜਿਹੜੀ ਧਿਰ ਪਾਵਰ ਦੇ ਵਿੱਚ ਹੈ, ਉਹ ਆਪਣਾ ਕਲਚਰ, ਆਪਣੀ ਬੋਲੀ ਦੇ ਰਾਹੀਂ ਆਪਣੀਆਂ ਮਨੌਤਾਂ, ਆਪਣੀਆਂ ਰਵਾਇਤਾਂ, ਆਪਣਾ ਵਰਲਡ ਵਿਊ ਉਹ ਸਾਰਾ ਸਿਪਰ ਇੰਪੋਜ਼ ਕਰਦੇ। ਜਿਸ ਤਰ੍ਹਾਂ ਦਾ ਕਿ ਸਾਨੂੰ ਲੱਗਦਾ ਕਿ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਦਾ ਨੈਸ਼ਨਲਿਜ਼ਮ ਪ੍ਰਚਾਰਿਆ ਜਾਂ ਪਸਾਰਿਆ ਜਾ ਰਿਹਾ ਹੈ ਨਾ, ਜਿਹਦਾ ਆਧਾਰ ਜਿਹੜੇ ਹੁਣ ਆਪਾਂ ਸਲੋਗਨ ਪੜ੍ਹੀਏ RSS ਦਾ, ਉਹ ਇਹੀ ਹੈ, ਹਿੰਦੀ ਦੇ ਆਧਾਰ ਦੇ ਉੱਤੇ। ਉਹ ਵੀ ਆਪਾਂ ਡਿਸਕਸ ਕਰਾਂਗੇ ਕਿ ਉਹ ਕਿਸ ਤਰ੍ਹਾਂ ਦੇ ਟੂਲਸ ਤੇ ਕਿਸ ਤਰ੍ਹਾਂ ਦੀ ਇਹ ਸਾਰੇ ਪਾਸੇ ਉਹਨਾਂ ਦਾ ਪਰਸੈਪਸ਼ਨ ਹੈ ਇੰਡੀਆ ਦੇ ਵਿੱਚ ਨੈਸ਼ਨਲਿਜ਼ਮ ਲੈ ਕੇ। ਤਾਂ ਉਸ ਤੋਂ ਅਗਲੀ ਗੱਲ ਜਿਹੜੀ ਹੈਗੀ ਆ ਕਿ ਇੱਕ ਇੰਡੀਆ ਦੀ ਜਿਹੜੀ ਪੋਲਿਟੀ ਆ ਉਹਦੇ ਵਿੱਚ ਉਹਨਾਂ ਨੇ ਇਸ ਜਿਹੜੀ ਬੋਲੀ ਦਾ ਮਸਲਾ ਹੁਣ ਕਨਸਟੀਟਿਊਸ਼ਨ ਦੇ ਵਿੱਚ ਤੇ ਲੈਂਗੁਏਜ ਪਾਲਿਸੀ ਦੇ ਵਿੱਚ 47 ਤੋਂ ਬਾਅਦ ਕਿਸ ਤਰ੍ਹਾਂ ਡੀਲ ਕੀਤਾ। ਹੁਣ ਇੱਕ ਪਾਸੇ ਤਾਂ ਇਹ ਸੈਕਸ਼ਨ ਸੰਵਿਧਾਨ ਦਾ 8th ਸ਼ਡਿਊਲ ਹੈ, ਜਿਹਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਬੋਲੀਆਂ ਹੈਗੀਆਂ, ਕੁਝ ਬੋਲੀਆਂ ਹੈਗੀਆਂ ਜਿਨ੍ਹਾਂ ਦੀ ਡਿਵੈਲਪਮੈਂਟ ਜਾਂ ਜਿਨ੍ਹਾਂ ਨੂੰ ਰੈਕਗਨਾਈਜ਼ ਕੀਤਾ। ਦੂਜੇ ਪਾਸੇ ਉਹਦੇ ਕੰਟਰਾਡਿਕਸ਼ਨ 'ਚ, ਉਹਦੇ ਵਿਰੋਧ ਦੇ ਵਿੱਚ ਆਰਟੀਕਲ ਹੈਗਾ 351, ਜਿਹਦੇ ਵਿੱਚ ਸਿੱਧਾ ਲਿਖਿਆ ਹੋਇਆ ਹੈ ਕਿ ਹਿੰਦੀ ਦੀ ਪ੍ਰਮੋਸ਼ਨ ਕਰਨੀ। ਤੇ ਉਹ ਵੀ ਮੈਨੂੰ ਲੱਗਦਾ ਵੀ ਆਪਾਂ ਵਿਸਤਾਰ ਜਾਵਾਂਗੇ ਕਿ ਕਨਸਟੀਟਿਊਸ਼ਨ ਦੇ ਵਿੱਚ ਹੀ ਜਿਹੜੇ ਲਿੰਗੁਇਸਟਿਕ ਰਾਈਟਸ ਹੈ ਉਹਨਾਂ ਨੂੰ ਲੈ ਕੇ ਕਿੰਨਾ ਵਿਰੋਧਾਭਾਸ, ਕਿੰਨਾ ਪੈਰਾਡਾਕਸੀਕਲ ਸਿਚੁਏਸ਼ਨ ਕਨਸਟੀਟਿਊਸ਼ਨ ਦੇ ਵਿੱਚ ਹੀ ਹੈਗੀ। ਤਾਂ ਪਾਲਿਸੀ ਨੂੰ ਲੈ ਕੇ ਵੀ ਕਿਸ ਤਰ੍ਹਾਂ ਉਹਨਾਂ ਨੇ ਸਕ੍ਰਿਪਟ ਆ ਜਿਹੜੀ ਉਹ ਦੇਵਨਾਗਰੀ ਲੈ ਕੇ ਆਂਦੀ, ਕਿਸ ਤਰ੍ਹਾਂ ਜਿਹੜਾ ਈਵਨ ਹਿੰਦੁਸਤਾਨੀ ਡਾਇਲੈਕਟ ਸੀਗੀ ਉਹਦੀ ਜਗ੍ਹਾ ਇਹ ਹਿੰਦੀ ਡਾਇਲੈਕਟ ਲੈ ਕੇ ਆਂਦੀ। ਤੇ ਹੁਣ ਜਿਹੜੀ ਸਕ੍ਰਿਪਟ ਦੇਵਨਾਗਰੀ ਕਰਨ ਤੋਂ ਬਾਅਦ ਡਾਇਲੈਕਟ ਦੇ ਵਿੱਚ ਵੀ ਜਿਹੜੇ ਬੋਲੀ ਦੇ ਵਿੱਚ ਵੀ ਜਿਹੜੇ ਲਫ਼ਜ਼ ਹੈ ਉਦੋਂ ਹੋਰ ਅੱਗੇ ਜਾ ਕੇ ਸੰਸਕ੍ਰਿਤ ਦੇ ਜਿਹੜੇ ਉਹ ਕਿੱਦਾਂ ਸੰਸਕ੍ਰਿਤਾਈਜੇਸ਼ਨ ਬਾਕੀ ਸਾਰੀਆਂ ਭਾਸ਼ਾਵਾਂ ਦੀ ਕੀਤੀ ਜਾ ਰਹੀ। ਤੋ ਇਹ ਸਾਰੀਆਂ ਗੱਲਾਂ ਆਪਾਂ ਵੱਖ-ਵੱਖ ਪਰਚਿਆਂ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਹੈਗੀ ਵਿਦਵਾਨਾਂ ਦੀ ਵੀ ਉਹ ਇਸ ਸਾਰੇ ਸੰਬੰਧ ਦੇ ਵਿੱਚ ਆਪਾਂ ਇੱਥੇ ਗੱਲ ਕਰੀਏ। ਤੇ ਦੂਜੀ ਗੱਲ ਆਖਰੀ ਵਿੱਚ ਦੁਬਾਰਾ ਕਹਿ ਕੇ ਮੈਂ ਉਹ ਸਮਾਪਤੀ ਆਪਣੀ ਜਿਹੜੀ ਗੱਲ ਦੀ ਕਰਨੀ ਚਾਹੂੰਗਾ ਕਿ ਜਿਵੇਂ ਮਾਈਕਲ ਫੂਕੋ ਨੇ ਕਿਹਾ ਨਾ ਕਿ ਨੌਲੇਜ ਇਜ਼ ਪਾਵਰ, ਕਿ ਤਾਕਤ ਅਸਲ 'ਚ ਗਿਆਨ 'ਚ ਹੈ। ਅਤੇ ਗਿਆਨ ਦਾ ਜਿਹੜੀ ਸੰਬੰਧ ਹੈ ਉਹ ਸਾਰਾ ਬੋਲੀ ਦੇ ਨਾਲ, ਅਤੇ ਬੋਲੀ ਦੇ ਨਾਲ ਹੀ ਮਨੁੱਖ ਅਤੇ ਜਿਹੜੀਆਂ ਕੌਮਾਂ ਆ ਉਹ ਘੜੀਆਂ ਜਾਂਦੀਆਂ। ਅਤੇ ਇਸ ਕਰਕੇ ਇਹ ਰਿਲੇਸ਼ਨ ਜਿਹੜਾ ਪਾਵਰ ਦਾ ਨੌਲੇਜ ਦੇ ਨਾਲ ਅਤੇ ਨੌਲੇਜ ਦਾ ਬੋਲੀ ਦੇ ਨਾਲ ਇਹ ਕਿਵੇਂ ਸਾਰੇ ਕੋਰਲੇਟ ਹੁੰਦੇ ਆ ਉਹ ਆਪਾਂ ਇੱਥੇ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਇੱਕ ਜਿਹੜਾ ਸਭ ਤੋਂ ਲੇਟੈਸਟ ਟਰੈਂਡ ਹੈ ਇਸ ਸਾਰੇ ਕਾਸੇ ਦੇ ਵਿੱਚ ਉਹ IT ਟੈਕਨੋਲੋਜੀ ਦਾ। IT ਟੈਕਨੋਲੋਜੀ ਆ ਗਈ। IT ਟੈਕਨੋਲੋਜੀ ਦੇ ਨਾਲ ਜਿੱਥੇ ਉਹਨੇ ਜਿਹੜੀਆਂ ਲੋਕਲ ਲੈਂਗੁਏਜ ਦੇ ਜਿਹੜੇ ਰਾਈਟਸ ਦੇ ਲਈ ਲੜ ਰਹੇ ਆ ਜਾਂ ਨੈਸ਼ਨੈਲਿਟੀਜ਼ ਜਿਹੜੀਆਂ ਛੋਟੀਆਂ ਆ, ਜਿਹੜੀਆਂ ਪਾਰਟ ਨਹੀਂ ਹੈਗੀਆਂ, ਉਹਨਾਂ ਨੂੰ ਇੰਪਾਵਰ ਵੀ ਕੀਤਾ ਕਿ ਉਹ ਆਪਣੀ ਲਿਪੀ ਲਈ, ਆਪਣੀ ਬੋਲੀ ਲਈ ਇਹ ਸਾਰੇ ਜਿਹੜੇ ਟੂਲਸ ਹੈ ਇਨਫੋਰਮੇਸ਼ਨ ਟੈਕਨੋਲੋਜੀ ਦੇ ਯੂਜ਼ ਕਰ ਸਕਦੇ ਨੇ। ਪਰ ਇੱਥੇ ਵੀ ਇੱਕ ਹੋਰ ਸਿਚੁਏਸ਼ਨ ਇਹ ਖੜੀ ਹੈ ਕਿ ਜਿਨ੍ਹਾਂ ਕੋਲ ਪਾਵਰ ਹੈ, ਉਹਨਾਂ ਕੋਲ ਪਾਵਰ ਇੰਨੀ ਜ਼ਿਆਦਾ ਆ ਕਿ ਉਹਨਾਂ ਕੋਲ ਰਿਸੋਰਸ ਇੰਨੇ ਜ਼ਿਆਦਾ ਆ, ਉਹ ਇਸੇ ਚੀਜ਼ ਨੂੰ ਜਿਹੜੀ ਛੋਟੀਆਂ ਡਾਇਲੈਕਟਸ ਦੇ ਲਈ ਇੱਕ ਵਧੀਆ ਸਾਧਨ ਹੋ ਸਕਦਾ ਉਹਨਾਂ ਦੇ ਰਿਵਾਈਵਲ ਦਾ ਜਾਂ ਸਰਵਾਈਵਲ ਦਾ, ਉਹਨਾਂ ਨੂੰ ਖਤਮ ਕਰਨ ਦਾ ਟੂਲ ਵੀ ਇਹੀ ਇਨਫੋਰਮੇਸ਼ਨ ਟੈਕਨੋਲੋਜੀ ਹੋ ਸਕਦੀ ਹੈ। ਸੋ ਮੈਨੂੰ ਲੱਗਦਾ ਕਿ ਗੱਲ ਸਾਰੀ ਇੱਥੇ ਆ ਕੇ ਖੜਨੀ ਹੈ ਕਿ ਕੌਣ ਕਿੰਨਾ ਚੇਤਨ ਹੈਗਾ ਆਪਣੇ ਕਲਚਰ ਲਈ, ਆਪਣੀ ਨੈਸ਼ਨੈਲਿਟੀ ਲਈ, ਅਤੇ ਉਹਦੇ ਆਧਾਰ ਬੋਲੀ ਲਈ। ਇਸ ਗੱਲ ਦੇ ਨਾਲ ਹੀ ਇਹ ਸਾਰੀਆਂ ਗੱਲਾਂ ਤੈਅ ਹੋਣੀਆਂ। ਅਤੇ ਮੈਂ ਆਸ ਕਰੂੰਗਾ ਕਿ ਇਹ ਸਾਰੀਆਂ ਗੱਲਾਂ ਦੇ ਉੱਤੇ ਜਿਹੜੀ ਹੈਗੀ ਉਹ ਬਹੁਤ ਬਖੂਬੀ ਅਤੇ ਅਕੈਡਮਿਕਸ ਤਰੀਕੇ ਦੇ ਨਾਲ ਇਸ ਗੱਲ ਦੇ ਉੱਤੇ ਸਾਰਾ ਚਾਨਣਾ ਪਾਉਣਗੇ ਮਾਹਰ ਸੱਜਣ। ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।